हाँ जी दोस्तों, स्वागत है साਰਿਆਂ ਦਾ ਸਟੱਡੀ ਫਾਈਟਰ ਦੇ ਵਿੱਚ। ਇਸ ਵੀਡੀਓ ਦੇ ਵਿੱਚ ਅੱਜ ਅਸੀਂ ਪੰਜਾਬ ਟੈਟ ਦਾ ਸਿਲੇਬਸ ਡਿਸਕਸ ਕਰਾਂਗੇ। ਇਹ ਦੋ ਪੇਪਰ ਹੁੰਦੇ ਨੇ, ਪੇਪਰ 1 ਅਤੇ 2। ਪੇਪਰ 1 ਜਿਹੜਾ ETT ਵਾਲਿਆਂ ਦੇ ਲਈ ਹੈ, ਜਿਨ੍ਹਾਂ ਨੇ 5ਵੀਂ ਤੱਕ ਟੀਚ ਕਰਨਾ ਹੈ, ਅਤੇ ਜੋ ਪੇਪਰ 2 ਹੈ ਇਹ ਜਿਨ੍ਹਾਂ ਨੇ 6ਵੀਂ ਤੋਂ 8ਵੀਂ ਜਮਾਤ ਨੂੰ ਟੀਚ ਕਰਨਾ ਉਹਨਾਂ ਦੇ ਲਈ ਹੁੰਦਾ ਹੈ। ਠੀਕ ਹੈ ਜੀ, ਇਸ ਦਾ ਸਿਲੇਬਸ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਥੋੜ੍ਹਾ ਜਿਹਾ ਤੁਹਾਨੂੰ ਸਟਰਕਚਰ ਬਾਰੇ ਦੱਸ ਦਿੰਦੇ ਹਾਂ ਕਿ ਪੇਪਰ ਦਾ ਸਟਰਕਚਰ ਕਿਸ ਤਰ੍ਹਾਂ ਦਾ ਹੋਏਗਾ। ਜੋ ਪੇਪਰ 1 ਦੇ ਜੀ ਉਹਦੇ ਵਿੱਚ 2 ਲੈਂਗੁਏਜ ਹੋਣਗੀਆਂ, 30 ਅੰਕ ਦੀਆਂ 60 ਨੰਬਰ ਹੋ ਗਏ, ਅਤੇ ਇਸ ਤੋਂ ਬਿਨਾਂ 30 ਨੰਬਰ ਦਾ ਮੈਥ ਹੋਏਗਾ, 30 ਨੰਬਰ ਦੀ EVS ਅਤੇ 30 ਨੰਬਰ ਦੀ ਇਹ CDP ਯਾਨੀ ਕਿ ਚਾਈਲਡ ਡਿਵੈਲਪਮੈਂਟ ਐਂਡ ਸਾਈਕੋਲੋਜੀ ਹੋਏਗੀ। ਸੋ ਇਸ ਤਰੀਕੇ ਨਾਲ 150 ਅੰਕ ਤੁਹਾਡਾ ਪੂਰਾ ਕੀਤਾ ਹੋਏਗਾ। ਹੁਣ ਅਸੀਂ ਥੋੜ੍ਹਾ ਜਿਹਾ ਐਕਸਪਲੇਨੇਸ਼ਨ ਦੇ ਰੂਪ ਵਿੱਚ ਪੜ੍ਹਦੇ ਹਾਂ ਕਿ ਸਿਲੇਬਸ ਦੇ ਵਿੱਚੋਂ ਕੀ ਕੁਛ ਹੈ। ਜਿਵੇਂ ਕਿ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ, ਇਹ 30 ਅੰਕ ਦੀ ਹੈ। ਠੀਕ ਹੈ ਜੀ, ਜਿਹਦੇ ਵਿੱਚ ਕਨਸੈਪਟ ਆਫ ਡਿਵੈਲਪਮੈਂਟ ਐਂਡ ਇਟਸ ਰਿਲੇਸ਼ਨਸ਼ਿਪ ਵਿਦ ਲਰਨਿੰਗ, ਭਾਵ ਜਿਹੜਾ ਵਿਕਾਸ ਹੈ, ਵਿਕਾਸ ਦਾ ਸੰਕਲਪ ਕੀ ਹੈ, ਇਹ ਕਿਸ ਤਰ੍ਹਾਂ ਸਾਡੇ ਸਿੱਖਣ ਨੂੰ ਪ੍ਰਭਾਵਿਤ ਕਰਦਾ, ਇਹ ਚੀਜ਼ ਬਾਰੇ ਪੜ੍ਹਨਾ ਪਏਗਾ। ਅਤੇ ਜੋ ਨੈਕਸਟ ਹੈ ਜੀ ਪ੍ਰਿੰਸੀਪਲ ਆਫ ਡਿਵੈਲਪਮੈਂਟ ਆਫ ਚਾਈਲਡ, ਜੇ ਉਹ ਬੱਚਿਆਂ ਦਾ ਵਿਕਾਸ ਹੈ ਉਸ ਦੇ ਸਿਧਾਂਤ ਕਿਹੜੇ ਕਿਹੜੇ ਨੇ, ਅਤੇ ਵਾਤਾਵਰਨ ਦਾ ਅਤੇ ਉਹਦਾ ਆਪਣੀ ਇਨਵਾਇਰਮੈਂਟ ਅਤੇ ਹੈਰੀਡਿਟੀ ਦਾ ਕੀ ਇਨਫਲੂਐਂਸ ਹੈ, ਕੀ ਪ੍ਰਭਾਵ ਹੈ ਬੱਚੇ ਦੇ ਉੱਤੇ, ਇਹ ਚੀਜ਼ ਬਾਰੇ ਪੜ੍ਹਨਾ ਪਏਗਾ ਡੂੰਘਾਈ ਦੇ ਵਿੱਚ। ਕਿਉਂਕਿ ਜਿਹੜੇ ਡਿਵੈਲਪਮੈਂਟ ਹੋ ਗਿਆ, ਗਰੋਥ ਹੋ ਗਿਆ, ਹੈਰੀਡਿਟੀ ਹੋ ਗਈ, ਠੀਕ ਹੈ, ਇਹਨਾਂ ਦੇ ਵਿੱਚੋਂ ਸਵਾਲ ਜ਼ਿਆਦਾਤਰ ਆਉਣਗੇ। ਠੀਕ ਹੈ, 2-3 ਇਸ ਤਰ੍ਹਾਂ ਸਵਾਲ ਆਉਣਗੇ। ਤਾਂ ਦੇਖੋ ਜੀ, ਉਸ ਤੋਂ ਬਾਅਦ ਦਾ ਨੈਕਸਟ ਟੋਪਿਕ ਹੈ ਸੋਸ਼ਲਾਈਜੇਸ਼ਨ ਪ੍ਰੋਸੈਸ, ਸੋਸ਼ਲ ਵਰਲਡ ਐਂਡ ਚਿਲਡਰਨ, ਟੀਚਰ, ਪੇਰੈਂਟਸ ਐਂਡ ਪੀਅਰ ਗਰੁੱਪਸ ਆ ਗਿਆ। ਠੀਕ ਹੈ ਜੀ, ਸੋਸ਼ਲਾਈਜੇਸ਼ਨ ਬਾਰੇ ਪੜ੍ਹਨਾ ਪਏਗਾ ਵਿਸਥਾਰ 'ਚ। ਪਿਜਟ ਹੋ ਗਿਆ। ਇਸ ਤੋਂ ਬਿਨਾਂ ਕੋਲਬਰਗ ਅਤੇ ਵਿਗੋਸਟੀ, ਇਹਨਾਂ ਦੀਆਂ ਥਿਊਰੀਆਂ ਪੜ੍ਹਨੀਆਂ ਪੈਣਗੀਆਂ। ਠੀਕ ਹੈ ਜੀ, ਕਨਸੈਪਟਸ ਆਫ ਚਾਈਲਡ ਸੈਂਟਰਡ ਐਂਡ ਪ੍ਰੋਗਰੈਸਿਵ ਐਜੂਕੇਸ਼ਨ, ਭਾਵ ਜਿਹੜੀ ਬਾਲ ਕੇਂਦਰਿਤ ਕਲਾਸਰੂਮ ਹੈ, ਬਾਲ ਕੇਂਦਰਿਤ ਸਿੱਖਿਆ, ਉਹਦੇ ਕਨਸੈਪਟ ਨੂੰ ਚੰਗੀ ਤਰੀਕੇ ਨਾਲ ਪੜ੍ਹਨਾ ਪਵੇਗਾ। ਕ੍ਰਿਟੀਕਲ ਪਰਸਪੈਕਟਿਵ ਆਫ ਕੰਸਟਰਕਟ ਆਫ ਇੰਟੈਲੀਜੈਂਸ, ਜਿਹੜੀ ਬੁੱਧੀ ਹੈ, ਬੁੱਧੀ ਦਾ ਨਿਰਮਾਣ ਕਿਵੇਂ ਕੀਤਾ ਜਾ ਸਕਦਾ ਹੈ, ਉਹਦੇ ਪੱਖ ਕਿਹੜੇ ਕਿਹੜੇ ਨੇ, ਕਿਹੜੇ ਕਿਹੜੇ ਪਰਿਪੇਖ ਨੇ, ਉਹਨਾਂ ਬਾਰੇ ਡੂੰਘਾਈ ਨਾਲ ਪੜ੍ਹਨਾ ਪਊਗਾ। ਮਲਟੀ ਡਿਮੈਂਸ਼ਨਲ ਇੰਟੈਲੀਜੈਂਸ ਸੀ, ਜਿਹੜੀ ਆਪਣੀ ਬਹੁਤ ਦਿਸ਼ਾ ਦੇ ਵਿੱਚ, ਕਾਫੀ ਜ਼ਿਆਦਾ ਦਿਸ਼ਾਵਾਂ ਦੇ ਵਿੱਚ ਅਲੱਗ-ਅਲੱਗ ਜਿਹੜਾ ਬੁੱਧੀ ਹੈ, ਉਹ ਚੀਜ਼ ਬਾਰੇ ਪੜ੍ਹਨਾ ਪਏਗਾ। ਠੀਕ ਹੈ ਜੀ, ਲੈਂਗੁਏਜ ਐਂਡ ਥਾਟ, ਭਾਸ਼ਾ ਅਤੇ ਵਿਚਾਰ ਹੋ ਗਿਆ। ਜੈਂਡਰ ਐਜ਼ ਏ ਸੋਸ਼ਲ ਕੰਸਟਰਕਟ, ਭਾਵ ਜੈਂਡਰ ਰੋਲ ਕੀ ਹੈ, ਜੈਂਡਰ ਵਾਈਜ਼ ਕੀ ਹੈ, ਐਜੂਕੇਸ਼ਨਲ ਪ੍ਰੈਕਟਿਸ ਕੀ ਹੈ, ਇਹ ਚੀਜ਼ ਬਾਰੇ ਡੂੰਘਾਈ ਦੇ ਵਿੱਚ ਪੜ੍ਹਨਾ ਪਊਗਾ, ਕਿਉਂਕਿ ਜੈਂਡਰ ਵਾਲਾ ਵੀ ਇੰਪੋਰਟੈਂਟ ਹੈ ਟੋਪਿਕ। ਇਸ ਤੋਂ ਬਿਨਾਂ ਇੰਡੀਵਿਜੂਅਲ ਡਿਫਰੈਂਸਿਸ ਹੋ ਗਏ, ਲਰਨਰ ਦਾ ਕਿਸ ਤਰ੍ਹਾਂ ਉਹਦੀਆਂ ਟਾਈਪਸ ਹੁੰਦੀਆਂ ਨੇ ਬੱਚੇ ਦੀਆਂ। ਠੀਕ ਹੈ, ਇਹ ਚੀਜ਼ ਬਾਰੇ। ਤਾਂ ਡਿਸਟਿੰਕਸ਼ਨ ਬਿਟਵੀਨ ਅਸੈਸਮੈਂਟ ਬਾਰੇ, ਲਰਨਿੰਗ ਬਾਰੇ। ਠੀਕ ਹੈ, ਕੰਟੀਨਿਊਅਸ ਕੰਪਰੀਹੈਂਸਿਵ ਇਵੈਲੂਏਸ਼ਨ ਬਾਰੇ, ਇਹ ਚੀਜ਼। ਅਤੇ ਉਸ ਤੋਂ ਬਿਨਾਂ ਫਾਰਮੂਲੇਟਿਵ ਐਪਰੋਪਰੀਏਟ ਕੁਐਸ਼ਚਨਸ ਫਾਰ ਅਸੈਸਿੰਗ ਰੀਡਨੈਸ ਲੈਵਲ ਆਫ ਲਰਨਰ। ਠੀਕ ਹੈ ਜੀ, ਫਾਰ ਐਨਹੈਂਸਿੰਗ ਲਰਨਿੰਗ ਐਂਡ ਕ੍ਰਿਟੀਕਲ ਥਿੰਕਿੰਗ ਇਨ ਕਲਾਸਰੂਮ ਐਂਡ ਅਸੈਸਿੰਗ ਲਰਨਰ ਅਚੀਵਮੈਂਟ। ਠੀਕ ਹੈ ਜੀ, ਇਹ ਚੀਜ਼ ਬਾਰੇ ਪੜ੍ਹਨਾ ਪਏਗਾ ਵੀ ਬੱਚਾ ਕਿਵੇਂ ਸਿੱਖਦਾ ਹੈ, ਉਹਦੀ ਅਸੈਸਮੈਂਟ ਕਿਵੇਂ ਕਰਨੀ, ਉਹਨੂੰ ਕਿਵੇਂ ਢੁਕਵੇਂ ਤਰੀਕੇ ਨਾਲ ਉਹਦੇ ਲੈਵਲਾਂ 'ਚ, ਭਾਵ ਲੈਵਲਾਂ 'ਚ ਐਂ ਸੈਗਰੀਗੇਟ ਨਹੀਂ ਕਰ ਸਕਦੇ ਭਾਵੇਂ, ਬਟ ਵੀ ਉਹਨੂੰ ਕਿਸ ਤਰ੍ਹਾਂ ਵੀ, ਜਿਵੇਂ ਬੱਚੇ ਦਾ ਜਿਹੜਾ ਹਾਈ ਲੈਵਲ ਦਾ, ਭਾਵ ਜਿਹਦੇ ਦਾ IQ ਜ਼ਿਆਦਾ, ਉਹਨੂੰ ਕਿਸ ਤਰ੍ਹਾਂ ਟਰੀਟ ਕਰਨਾ ਟੀਚਰ ਨੇ। ਠੀਕ ਹੈ, ਇਹ ਚੀਜ਼ ਬਾਰੇ। ਤਾਂ ਦੇਖੋ ਜੀ, ਉਸ ਤੋਂ ਬਾਅਦ B ਪਾਰਟ ਹੈ ਇਹਦੇ ਹੀ, CDP ਦੇ B ਪਾਰਟ, ਕਨਸੈਪਟ ਆਫ ਇਨਕਲੂਸਿਵ ਐਜੂਕੇਸ਼ਨ ਐਂਡ ਅੰਡਰਸਟੈਂਡਿੰਗ ਚਿਲਡਰਨ ਵਿਦ ਸਪੈਸ਼ਲ ਨੀਡ, ਭਾਵ ਇਨਕਲੂਸਿਵ ਐਜੂਕੇਸ਼ਨ ਬਾਰੇ ਪੜ੍ਹਨਾ ਪਏਗਾ, ਜਿਹੜਾ ਸਮਾਵੇਸ਼ੀ ਸਿੱਖਿਆ। ਠੀਕ ਹੈ ਜੀ, ਅਤੇ ਬੱਚੇ ਦੀਆਂ ਜੋ ਟਾਈਪਸ ਹੁੰਦੀਆਂ ਨੇ, ਗਿਫਟਡ ਬੱਚਾ ਮੰਨਿਆ ਜਾਂਦਾ, ਟੈਲੈਂਟਡ, ਠੀਕ ਹੈ, ਸਪੈਸ਼ਲ ਨੀਡ ਵਾਲੇ ਜੋ ਬੱਚੇ ਹੁੰਦੇ ਨੇ ਉਹਨਾਂ ਬਾਰੇ। ਕਿਉਂਕਿ ਇਹ ਇਸ ਤਰ੍ਹਾਂ ਵੀ ਵੰਡ ਹੋ ਸਕਦੀ ਹੈ ਇਹਦੀ, ਸ਼ਾਇਦ ਜਿੱਥੋਂ ਤੱਕ ਸਾਨੂੰ ਲੱਗਦਾ ਹੈ ਕਿ ਦੇਖੋ ਇਹਨਾਂ ਨੇ CDP ਦੇ ਵਿੱਚ ਅੱਗੇ 3 ਭਾਗ ਪਾ ਰੱਖੇ ਨੇ, A, B ਅਤੇ C ਭਾਗ ਹੈ ਪੈਡਾਗੋਜੀ ਦਾ। ਠੀਕ ਹੈ ਜੀ, ਇਹ ਮੰਨ ਕੇ ਚੱਲੋ ਕਿ 13 ਤੋਂ 15 ਨੰਬਰਾਂ ਦੀ ਆਪਾਂ A ਭਾਗ ਮੰਨ ਲੈਂਦੇ, ਜਿਹਦੇ ਵਿੱਚ ਕਾਫੀ ਟੋਪਿਕ ਆ ਗਏ। ਠੀਕ ਹੈ ਜੀ, B ਪਾਰਟ ਹੈ ਜਿਹੜਾ, ਇਹਦੇ ਵਿੱਚੋਂ 5 ਨੰਬਰ ਦਾ ਕੰਮ ਮੰਨ ਲਓ, ਇਹਦੇ ਵਿੱਚੋਂ ਇਨਕਲੂਸਿਵ ਐਜੂਕੇਸ਼ਨ ਦੇ ਵਿੱਚੋਂ। ਇਸ ਤੋਂ ਬਿਨਾਂ C ਪਾਰਟ ਬਣਦਾ ਲਰਨਿੰਗ ਐਂਡ ਪੈਡਾਗੋਜੀ। ਠੀਕ ਹੈ, ਮੈਥਡ ਕਿਹੜੇ ਕਿਹੜੇ ਹੁੰਦੇ ਨੇ, ਜਿਹਦੇ ਵਿੱਚ ਮੋਟੀਵੇਸ਼ਨ, ਕੋਗਨੀਸ਼ਨ, ਫੈਕਟਰ, ਕੰਟਰੀਬਿਊਸ਼ਨ ਆ ਗਿਆ। ਠੀਕ ਹੈ ਜੀ, ਇਸ ਤੋਂ ਬਿਨਾਂ ਬੇਸਿਕ ਪ੍ਰੋਸੈਸ ਆਫ ਟੀਚਿੰਗ ਆ ਗਿਆ, ਲਰਨਿੰਗ ਆ ਗਿਆ। ਠੀਕ ਹੈ, ਚਿਲਡਰਨ ਦੀਆਂ ਜੋ ਪ੍ਰੋਬਲਮਸ ਹੋ ਸਕਦੀਆਂ ਨੇ, ਉਹਨਾਂ ਪ੍ਰੋਬਲਮਸ ਨੂੰ ਹੱਲ ਕਰਨਾ। ਠੀਕ ਹੈ, ਪ੍ਰੋਬਲਮ ਸੋਲਵਿੰਗ ਕਨਸੈਪਟ, ਇਹ ਸਭ ਜਿਹੜਾ ਲਰਨਿੰਗ ਐਂਡ ਪੈਡਾਗੋਜੀ ਦੇ ਵਿੱਚ ਆਏਗਾ, ਜੋ ਅਸੀਂ 10 ਅੰਕ ਦਾ ਮੰਨ ਕੇ ਵੇਟੇਜ ਇਹਦੀ 10 ਅੰਕ ਦੀ ਮੰਨ ਕੇ ਕਰ ਸਕਦੇ ਹਾਂ। ਸੋ ਇਹ ਸੀ 30 ਅੰਕ ਦੀ CDP, ਜਿਹਦੇ ਵਿੱਚ ਇਹ ਸਾਰੇ ਟੋਪਿਕ ਅਸੀਂ ਤੁਹਾਨੂੰ ਦੱਸ ਦਿੱਤੇ ਨੇ। ਇਸ ਤੋਂ ਬਾਅਦ ਲੈਂਗੁਏਜ ਹੈ ਜੀ। ਠੀਕ ਹੈ, ਲੈਂਗੁਏਜ 1 ਅਤੇ ਲੈਂਗੁਏਜ 2 ਸਿਲੈਕਟ ਕਰਨੀ ਪਏਗੀ, ਜਿਹਦੇ ਵਿੱਚ ਤੁਸੀਂ ਲੈਂਗੁਏਜ ਬਾਰੇ ਪੜ੍ਹੋਗੇ, ਲਰਨਿੰਗ ਬਾਰੇ ਪੜ੍ਹੋਗੇ, ਉਹਦੇ ਮੈਥਡਸ ਪੜ੍ਹੋਗੇ। ਠੀਕ ਹੈ, ਲਿਸਨਿੰਗ, ਸਪੀਕਿੰਗ, ਇਹ ਫੰਕਸ਼ਨਸ ਬਾਰੇ ਪੜ੍ਹੋਗੇ। ਠੀਕ ਹੈ ਜੀ, ਪੰਜਾਬੀ ਦਾ ਲਗਭਗ ਸੇਮ ਹੀ ਹੈ, ਸਾਰੀ ਗ੍ਰਾਮਰ ਆ ਗਈ। ਠੀਕ ਹੈ, ਉਸ ਤੋਂ ਬਿਨਾਂ ਪੈਸੇਜ ਆ ਗਏ। ਤਾਂ ਲੈਂਗੁਏਜ ਦੇ ਵਿੱਚ ਪੈਸੇਜ ਆਉਣਗੇ। ਠੀਕ ਹੈ, ਇਹ ਵੀ ਇਹਦੀ ਥੋੜ੍ਹੀ ਜਿਹੀ ਇੰਪੋਰਟੈਂਟ ਗੱਲ ਹੈ, ਇਹਨੂੰ ਧਿਆਨ 'ਚ ਰੱਖਿਓ। 2 ਪੈਸੇਜ ਹੋ ਗਏ, ਜਿਹਦੇ ਵਿੱਚ ਪ੍ਰੋਸ, ਡਰਾਮਾ, ਠੀਕ ਹੈ, ਪੋਇਮ ਵਗੈਰਾ ਆ ਸਕਦੀ ਹੈ।
ਤਾਂ ਇਹਦੇ ਵਿੱਚੋਂ ਆਨਸਰ ਦੇਣੇ ਹੋਣਗੇ ਪੈਰੇ ਦੇ ਵਿੱਚ ਪੜ੍ਹ ਕੇ 30 ਅੰਕ ਦੀ ਆਏਗੀ ਪੰਜਾਬੀ। ਜੋ ਫਸਟ ਲੈਂਗੁਏਜ ਇਹ ਵੀ 30 ਅੰਕ ਦੀ ਹੈ, ਸੈਕੰਡ ਲੈਂਗੁਏਜ ਜਿਹੜੀ ਇਹ ਵੀ 30 ਅੰਕ ਦੀ ਹੀ ਹੋਏਗੀ। ਠੀਕ ਹੈ ਜੀ, ਇਹਨੂੰ ਤੁਸੀਂ ਡੂੰਘਾਈ ਨਾਲ ਪੜ੍ਹਨਾ ਤਾਂ ਸਕਰੀਨਸ਼ਾਟ ਲੈ ਕੇ ਇਹਨੂੰ ਪੜ੍ਹ ਸਕਦੇ ਹੋ। ਇਸ ਤੋਂ ਬਿਨਾਂ ਅਸੀਂ ਗੱਲ ਕਰਦੇ ਹਾਂ ਸੈਕੰਡ ਲੈਂਗੁਏਜ ਦੀ। ਸੇਮ ਚੀਜ਼ ਹੈ, 2 ਅਨਸੀਨ ਪੈਸੇਜ ਆਉਣਗੇ। ਠੀਕ ਹੈ ਜੀ, ਜਿਹਦੇ ਵਿੱਚੋਂ ਪੈਰਾ ਪੜ੍ਹ ਕੇ ਫਿਰ ਉਹਦੇ ਆਨਸਰ ਦੇਣੇ ਪੈਣਗੇ। ਇਸ ਤੋਂ ਬਿਨਾਂ ਪੈਡਾਗੋਜੀ ਹੋ ਗਈ, ਲੈਂਗੁਏਜ ਦੀ ਪੈਡਾਗੋਜੀ ਹੈ। ਠੀਕ ਹੈ, ਜਿਹਦੇ 'ਚ ਲਰਨਿੰਗ ਆ ਗਈ, ਪ੍ਰਿੰਸੀਪਲ ਆਫ ਲੈਂਗੁਏਜ ਆ ਗਏ, ਰੋਲ ਆਫ ਲਿਸਨਿੰਗ ਸਪੀਕਿੰਗ ਆ ਗਏ। ਠੀਕ ਹੈ, ਕ੍ਰਿਟੀਕਲ ਪਰਸਪੈਕਟਿਵ ਆ ਗਏ, ਰੋਲ ਆਫ ਗ੍ਰਾਮਰ। ਠੀਕ ਹੈ, ਗ੍ਰਾਮਰ ਦੇ ਕੀ ਰੋਲਸ ਨੇ। ਉਸ ਤੋਂ ਬਿਨਾਂ ਕਮਿਊਨੀਕੇਟ ਕਿਵੇਂ ਕਰਨਾ ਹੈ, ਇਹ ਚੀਜ਼ ਬਾਰੇ। ਉਸ ਤੋਂ ਬਿਨਾਂ ਚੈਲੰਜਸ ਆਫ ਟੀਚਿੰਗ ਲੈਂਗੁਏਜ। ਠੀਕ ਹੈ, ਡਿਵਰਸ ਕਲਾਸਰੂਮ ਲੈਂਗੁਏਜ ਡਿਫੀਕਲਟੀਜ਼ ਐਰਰ। ਠੀਕ ਹੈ, ਇਹ ਚੀਜ਼ ਵੀ ਬੱਚੇ ਦੀਆਂ ਐਰਰਸ ਨੇ, ਡਿਸਆਰਡਰਸ ਨੇ, ਉਹਨਾਂ ਨੂੰ ਕਿਸ ਤਰ੍ਹਾਂ ਟਰੀਟ ਕਰੋਗੇ ਤੁਸੀਂ, ਇਹ ਚੀਜ਼ ਬਾਰੇ ਪੜ੍ਹਨਾ ਪਏਗਾ। ਇਵੈਲੂਏਟਿੰਗ ਕਰਨਾ, ਟੀਚਿੰਗ ਲਰਨਿੰਗ ਪ੍ਰੋਸੈਸ ਹੋ ਗਿਆ, ਰਿਮੀਡੀਅਲ ਟੀਚਿੰਗ ਹੋ ਗਈ, ਇਹ ਲੈਂਗੁਏਜ 2 ਦਾ ਪਾਰਟ ਹੈ। ਠੀਕ ਹੈ ਜੀ, ਤਾਂ ਇਸ ਤਰ੍ਹਾਂ 2 ਲੈਂਗੁਏਜ ਹੋ ਗਈਆਂ। 30 ਨੰਬਰ ਦੀ CDP, 30 ਨੰਬਰ ਦੀ ਪੰਜਾਬੀ, 30 ਨੰਬਰ ਦੀ ਸੈਕੰਡ ਲੈਂਗੁਏਜ ਜੋ ਵੀ ਮੰਨਣੀ ਹੈ ਤੁਸੀਂ ਨੇ। ਠੀਕ ਹੈ, ਭਾਵ ਹੁਣ ਤੱਕ ਅਸੀਂ 90 ਨੰਬਰ ਦਾ ਕੰਮ ਡਿਸਕਸ ਕਰ ਚੁੱਕੇ ਹਾਂ। ਠੀਕ ਹੈ ਜੀ, ਇਸ ਤੋਂ ਬਿਨਾਂ ਅਸੀਂ ਗੱਲ ਕਰੀਏ ਹਾਂਜੀ, ਹੁਣ ਅਸੀਂ ਗੱਲ ਕਰਦੇ ਹਾਂ ਮੈਥ ਦੀ। ਠੀਕ ਹੈ ਜੀ, ਮੈਥ ਜਿਹੜਾ 30 ਅੰਕ ਦਾ ਆਏਗਾ, ਜਿਹਦਾ ਕੰਟੈਂਟ ਕੀ ਹੈ ਦੇਖੋ। ਜ਼ੋਮੈਟਰੀ, ਸ਼ੇਪਸ ਹੋ ਗਈਆਂ। ਠੀਕ ਹੈ, ਸੋਲਿਡ ਹੋ ਗਏ, ਜਿਵੇਂ ਕਿ ਉਹ ਆਪਣਾ ਸ਼ੰਕੂ ਵਗੈਰਾ। ਠੀਕ ਹੈ, ਅਤੇ ਉਸ ਤੋਂ ਬਿਨਾਂ ਘਨਾਵ। ਠੀਕ ਹੈ, ਇਹ ਸੋਲਿਡ ਸ਼ੇਪਸ ਹੋ ਗਈਆਂ। ਨੰਬਰ, ਐਡੀਸ਼ਨ, ਸਬਟਰੈਕਸ਼ਨ, ਮਲਟੀਪਲੀਕੇਸ਼ਨ, ਡਿਵੀਜ਼ਨ, ਮੇਜ਼ਰਮੈਂਟ, ਵੇਟ, ਟਾਈਮ, ਵੋਲੀਅਮ, ਐਕਸਟ੍ਰੈਕਟਰਾ, ਡਾਟਾ ਹੈਂਡਲਿੰਗ, ਪੈਟਰਨ, ਮਨੀ। ਠੀਕ ਹੈ, ਇਹ ਹੋ ਗਿਆ ਮੈਥ 30 ਅੰਕ ਦਾ। ਉਸ ਤੋਂ ਬਿਨਾਂ ਇਹ ਮੈਥ ਦੀ ਇਸ ਤਰ੍ਹਾਂ ਵੇਟੇਜ ਬਣ ਸਕਦੀ ਹੈ, ਹੋ ਸਕਦਾ ਜਿਵੇਂ ਕਿ ਵੀ 20 ਅੰਕ ਦਾ ਤੁਸੀਂ ਅਲੱਗ ਤੋਂ ਮੰਨ ਲਓ, 20 ਅੰਕ ਦਾ ਤੁਸੀਂ ਨੂਮੈਰੀਕਲ ਮੰਨ ਲਓ ਵੀ ਸੋਲਵ ਕਰਨ ਵਾਲਾ। ਠੀਕ ਹੈ, ਇਸ ਤੋਂ ਬਿਨਾਂ 10 ਅੰਕ ਦੀ ਇਹਦੇ ਵਿੱਚ ਪੈਡਾਗੋਜੀ ਮੰਨ ਲਓ, ਜੇਕਰ ਅੱਗੇ ਵੀ ਇਹਦੀ ਵੇਟੇਜ ਤੁਸੀਂ ਨੇ ਅਲੱਗ ਅਲੱਗ ਕਰਨੀ ਹੈ। ਠੀਕ ਹੈ ਜੀ, ਤਾਂ ਇਸ ਦੇ ਮੈਥ ਦੇ ਟੌਪਿਕ ਕਿਹੜੇ ਹੋਣਗੇ ਪੈਡਾਗੋਜੀ ਦੇ ਵਿੱਚ। ਨੇਚਰ ਆਫ ਮੈਥ। ਠੀਕ ਹੈ ਜੀ, ਪਲੇਸ ਆਫ ਮੈਥ, ਲੈਂਗੁਏਜ ਆਫ ਮੈਥ, ਕਮਿਊਨਿਟੀ ਆਫ ਮੈਥ, ਇਵੈਲੂਏਸ਼ਨ ਥਰੂ ਫਾਰਮਲ ਐਂਡ ਇਨਫਾਰਮਲ ਮੈਥਡਸ ਹੋ ਗਏ, ਪ੍ਰੋਬਲਮਸ ਆਫ ਟੀਚਿੰਗ ਹੋ ਗਈਆਂ। ਠੀਕ ਹੈ ਜੀ, ਐਰਰ ਐਨਾਲਿਸਿਸ ਹੋ ਗਿਆ, ਡਾਇਗਨੋਸਟਿਕ ਐਂਡ ਰਿਮੀਡੀਅਲ ਟੀਚਿੰਗ ਹੋ ਗਈ। ਤਾਂ ਇਹ ਮੈਥ ਦੀ ਪੈਡਾਗੋਜੀ ਹੋ ਗਈ। ਠੀਕ ਹੈ ਜੀ, ਇਸ ਤੋਂ ਬਿਨਾਂ 30 ਅੰਕ ਦੀ ਜੋ ਲਾਸਟ ਪਾਰਟ ਹੈ, 30 ਅੰਕ ਦੀ ਸਾਇੰਸ ਕਹਿ ਲਓ ਜਾਂ EVS ਕਹਿ ਸਕਦੇ ਹਾਂ ਅਸੀਂ ਇਹਨੂੰ, ਇਨਵਾਇਰਮੈਂਟ। ਠੀਕ ਹੈ ਜੀ, ਕੰਟੈਂਟ ਇਹਦਾ ਕੀ ਹੈ, ਫੈਮਿਲੀ ਐਂਡ ਫਰੈਂਡਸ, ਜਿਹਦੇ 'ਚ ਰਿਲੇਸ਼ਨਸ਼ਿਪ, ਵਰਕ ਐਂਡ ਪਲੇ, ਐਨੀਮਲਸ, ਪਲਾਂਟਸ, ਐਕਸਟ੍ਰੈਕਟਰਾ, ਐਂਡ ਫੂਡ, ਸ਼ੈਲਟਰ, ਵਾਟਰ, ਟਰੈਵਲ। ਠੀਕ ਹੈ ਜੀ, ਥਿੰਗਸ ਵੀ ਮੇਕ ਐਂਡ ਡੂ, ਜੋ ਅਸੀਂ ਕਰਦੇ ਹਾਂ। ਠੀਕ ਹੈ, ਬਣਾਉਂਦੇ ਹਾਂ, ਤਾਂ ਇਹ ਚੀਜ਼ ਬਾਰੇ ਇਹ ਕੰਟੈਂਟ ਹੈ। ਅਤੇ ਇਸ ਤੋਂ ਬਿਨਾਂ ਪੈਡਾਗੋਜੀਕਲ ਇਸ਼ੂਜ਼ ਕਿਹੜੇ ਨੇ। ਕੰਸੈਪਟ ਐਂਡ ਸਕੋਪ ਆਫ EVS ਹੋ ਗਿਆ, ਇਨਵਾਇਰਮੈਂਟ ਦਾ ਸਕੋਪ ਕੀ ਹੈ, ਕੰਸੈਪਟ ਕੀ ਹੈ, ਨੇਚਰ ਵਿੱਚ ਐਡ ਕਰੇ ਲਓ, ਚਾਹੇ ਨਹੀਂ ਲਿਖਿਆ ਇਹਨਾਂ ਨੇ, ਸਵਾਲ ਪਤਾ ਹੀ ਨਹੀਂ ਕਿੱਥੇ ਤੋਂ ਪਾ ਦੇਣ। ਤਾਂ ਸਿਗਨੀਫਿਕੈਂਸ ਹੋ ਗਈ, ਇੰਟੀਗ੍ਰੇਟਡ ਹੋ ਗਿਆ। ਠੀਕ ਹੈ, ਇਨਵਾਇਰਮੈਂਟ ਸਟੱਡੀਜ਼ ਹੋ ਗਈ, ਇਨਵਾਇਰਮੈਂਟ ਐਜੂਕੇਸ਼ਨ ਹੋ ਗਈ, ਲਰਨਿੰਗ ਪ੍ਰਿੰਸੀਪਲਸ ਹੋ ਗਈ, ਸਕੋਪ ਹੋ ਗਿਆ, ਰਿਲੇਸ਼ਨ ਹੋ ਗਿਆ, ਟੂ ਸਾਇੰਸ ਦੇ ਨਾਲ ਕੀ ਰਿਲੇਸ਼ਨ ਹੈ, ਸੋਸ਼ਲ ਸਾਇੰਸ ਦੇ ਨਾਲ ਕੀ ਰਿਲੇਸ਼ਨ ਹੈ। ਠੀਕ ਹੈ ਜੀ, ਅਪਰੋਚਸ ਆਫ ਪ੍ਰੈਜੈਂਟਿੰਗ ਕੰਸੈਪਟ ਹੋ ਗਏ, ਇਹਦੀਆਂ ਪ੍ਰੈਜੈਂਟ ਕਰਨ ਲਈ ਕਿਹੜੀਆਂ ਅਪਰੋਚਸ ਨੇ। ਠੀਕ ਹੈ ਜੀ, ਐਕਟੀਵਿਟੀਜ਼ ਹੋ ਗਈਆਂ, ਐਕਸਪੈਰੀਮੈਂਟੇਸ਼ਨ ਹੋ ਗਈ, ਪ੍ਰੈਕਟੀਕਲ ਵਰਕ ਹੋ ਗਿਆ, ਡਿਸਕਸ਼ਨ ਹੋ ਗਈ, CCE ਹੋ ਗਈ। ਠੀਕ ਹੈ ਜੀ, ਟੀਚਿੰਗ ਮਟੀਰੀਅਲ ਹੋ ਗਿਆ, ਏਡਸ ਹੋ ਗਈਆਂ, ਪ੍ਰੋਬਲਮ ਸੋਲਵਿੰਗ ਹੋ ਗਈਆਂ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਸਾਇੰਸ ਦੇ ਵਿੱਚ ਆਉਣਗੀਆਂ। ਸੋ ਹੁਣ ਤੱਕ ਅਸੀਂ ਪੇਪਰ 1 ਦਾ ਸਿਲੇਬਸ ਡਿਸਕਸ ਕਰ ਚੁੱਕੇ ਹਾਂ। ਹੁਣ ਅਸੀਂ ਸਟਾਰਟ ਕਰਦੇ ਹਾਂ ਜੀ ਪੇਪਰ 2 ਦਾ। ਪੇਪਰ 2 ਐਲੀਮੈਂਟਰੀ ਸਟੇਜ ਹੈ, ਜਿਹਦੇ ਵਿੱਚ 6th ਤੋਂ 8th ਤੱਕ ਦੇ ਟੀਚਰ ਬਣਨ ਦੇ ਲਈ ਪੇਪਰ ਦੇਣਾ। ਤਾਂ ਇਹਦੇ ਵਿੱਚ 30 ਅੰਕ ਦੀ ਪੈਡਾਗੋਜੀ ਹੈ। ਪੈਡਾਗੋਜੀ ਲਗਭਗ ਸੇਮ ਹੀ ਹੈ ਪੇਪਰ 1 ਦੇ ਜੋ ਅਸੀਂ ਡਿਸਕਸ ਕਰ ਚੁੱਕੇ ਹਾਂ। ਠੀਕ ਹੈ ਜੀ, 30 ਅੰਕ ਦੀ। ਲੈਂਗੁਏਜ ਵੀ ਲਗਭਗ ਸੇਮ ਹੀ ਹੈ। ਠੀਕ ਹੈ ਜੀ, ਲੈਂਗੁਏਜ ਵੀ ਸੇਮ ਹੈ, ਬਸ ਇਹਦੇ ਵਿੱਚ ਉਹ ਏਜ ਦਾ ਫਰਕ ਪਾ ਦੇਣਗੇ ਕਿ ਜਿਹੜਾ ਪੇਪਰ 1 ਹੈ ਉਹਦੇ 'ਚ ਜਿਹੜੀ ਪੈਡਾਗੋਜੀ ਹੋਏਗੀ ਜ਼ਿਆਦਾਤਰ ਉਹ ਪ੍ਰਾਇਮਰੀ ਲੈਵਲ ਦੇ ਬੱਚਿਆਂ ਦੀ ਹੋਏਗੀ। ਠੀਕ ਹੈ ਜੀ, ਜ਼ਿਆਦਾਤਰ ਕਹਿ ਰਹੇ ਹਾਂ। ਤਾਂ ਇਸ ਤੋਂ ਬਿਨਾਂ ਜਿਹੜੇ ਆਪਣੀ ਸੈਕਿੰਡ ਪੇਪਰ ਵਾਲੇ ਨੇ ਉਹਦੀ ਪੈਡਾਗੋਜੀ ਦਾ ਲੈਵਲ ਵੀ ਥੋੜ੍ਹਾ ਜਿਹਾ ਉਹ ਹਾਈ ਕਰ ਦੇਣਗੇ, ਬਸ ਇੰਨਾ ਕੁ ਫਰਕ ਪਾਉਣਗੇ। ਕੰਸੈਪਟ ਸਾਰੇ ਹੀ ਸੇਮ ਨੇ। ਠੀਕ ਹੈ ਜੀ, ਲੈਂਗੁਏਜ ਦੇ ਅਤੇ ਪੈਡਾਗੋਜੀ ਦੇ। ਇਸ ਤੋਂ ਬਿਨਾਂ ਪੇਪਰ 2 ਦੀ ਇੱਕ ਖਾਸੀਅਤ ਇਹ ਹੈ ਕਿ ਜਿਨ੍ਹਾਂ ਦਾ ਮੈਥ ਦਾ ਸਾਇੰਸ ਦਾ ਕੰਬੀਨੇਸ਼ਨ ਹੈ ਉਹਨਾਂ ਦਾ ਅਲੱਗ ਹੋਏਗਾ 60 ਅੰਕ ਦਾ ਪੇਪਰ। ਠੀਕ ਹੈ ਜੀ, ਭਾਵ 90 ਤਾਂ ਪੂਰੇ ਹੋ ਗਏ 2 ਲੈਂਗੁਏਜ ਅਤੇ 1 ਪੈਡਾਗੋਜੀ CDP। ਠੀਕ ਹੈ, ਤਾਂ ਇਹ 90 ਅੰਕ ਤਾਂ ਸੇਮ ਨੇ SST ਵਾਲਿਆਂ ਦੇ ਅਤੇ ਮੈਥ ਸਾਇੰਸ ਵਾਲਿਆਂ ਦੇ। ਠੀਕ ਹੈ ਜੀ, ਅਤੇ ਜਿਹੜੇ ਮੈਥ ਸਾਇੰਸ ਵਾਲੇ ਨੇ ਅਸੀਂ ਪਹਿਲਾਂ ਉਹਨਾਂ ਦੇ ਸਿਲੇਬਸ ਨੂੰ ਡਿਸਕਸ ਕਰਦੇ ਹਾਂ। ਇਹਨਾਂ ਦੇ 60 ਅੰਕ ਦਾ ਜਿਹੜਾ ਮੈਥ ਸਾਇੰਸ, ਇਹਦੇ 'ਚੋਂ 30 ਅੰਕ ਦਾ ਮੈਥ ਹੈ। ਠੀਕ ਹੈ ਜੀ, ਜਿਹਦੇ 'ਚ ਕੰਟੈਂਟ ਹੈ, ਜਿਹਦੇ 'ਚ ਨੰਬਰ ਸਿਸਟਮ ਹੋ ਗਿਆ। ਨੰਬਰ ਸਿਸਟਮ ਦੇ ਵਿੱਚ ਆ ਗਿਆ ਨੋਇੰਗ
ਆਵਰ ਨੰਬਰਸ, ਪਲੇਇੰਗ ਵਿਦ ਨੰਬਰਸ, ਠੀਕ ਹੈ, ਹੋਲ ਨੰਬਰ, ਨੈਗੇਟਿਵ ਨੰਬਰ, ਇੰਟੀਜ਼ਰ, ਫਰੈਕਸ਼ਨ, ਇਹ ਇਹਨਾਂ ਨੇ ਦਿੱਤਾ ਹੋਇਆ ਕੰਟੈਂਟ ਦੇ ਵਿੱਚ। ਇਸ ਤੋਂ ਬਿਨਾਂ ਅਲਜੈਬਰਾ, ਅਲਜੈਬਰਾ ਵਿੱਚ ਇੰਟਰੋਡਕਸ਼ਨ ਹੋ ਗਈ ਅਲਜੈਬਰਾ ਦੀ, ਰੇਸ਼ੋ ਹੋ ਗਿਆ, ਪ੍ਰਪੋਰਸ਼ਨ ਹੋ ਗਿਆ। ਇਸ ਤੋਂ ਬਿਨਾਂ ਜਿਓਮੈਟਰੀ, ਬੇਸਿਕ ਜਿਓਮੈਟਰੀਕਲ ਆਈਡੀਆਜ਼ ਹੋ ਗਏ 2D ਦੇ ਨਾਲ ਰਿਲੇਟਡ, 3D ਦੇ ਨਾਲ ਰਿਲੇਟਡ, ਐਲੀਮੈਂਟਰੀ ਸ਼ੇਪਸ ਹੋ ਗਈਆਂ 2D ਐਂਡ 3D ਦੇ ਨਾਲ ਰਿਲੇਟਡ, ਸਮੀਟਰੀ ਹੋ ਗਈ, ਰਿਫਲੈਕਸ਼ਨ, ਅਤੇ ਇਸ ਤੋਂ ਬਿਨਾਂ ਕੰਸਟਰਕਸ਼ਨ ਹੋ ਗਿਆ ਯੂਜ਼ਿੰਗ ਸਟ੍ਰੇਟ ਐਜ ਸਕੇਲ, ਪ੍ਰੋਟੈਕਟਰ, ਕੰਪਾਸਸ, ਠੀਕ ਹੈ, ਇਹ ਸਭ ਹੀ ਜਿਓਮੈਟਰੀ ਦੇ ਅੱਗੇ ਸਬ ਪੁਆਇੰਟਸ ਨੇ। ਮੈਂਸੂਰੇਸ਼ਨ ਹੋ ਗਈ, ਡਾਟਾ ਹੈਂਡਲਿੰਗ ਹੋ ਗਈ। ਇਹ ਪਾਰਟ ਏ ਸੀ ਜੋ ਕੰਪਲੀਟ ਹੋ ਗਿਆ। ਇਸ ਤੋਂ ਬਿਨਾਂ ਹੁਣ ਅਸੀਂ ਪਾਰਟ ਬੀ ਡਿਸਕਸ ਕਰਦੇ ਹਾਂ, ਠੀਕ ਹੈ ਜੀ। ਪਾਰਟ ਬੀ ਕੀ ਹੈ, ਦੇਖੋ, ਨੇਚਰ ਆਫ ਮੈਥ, ਲੌਜੀਕਲ ਥਿੰਕਿੰਗ ਹੋ ਗਈ, ਪਲੇਸ ਆਫ ਮੈਥ ਹੋ ਗਿਆ, ਲੈਂਗੁਏਜ ਆਫ ਮੈਥ, ਕਮਿਊਨਿਟੀ ਮੈਥਮੈਟਿਕਸ, ਇਵੈਲੂਏਸ਼ਨ ਹੋ ਗਈ, ਰਿਮੀਡੀਕਲ ਟੀਚਿੰਗ ਹੋ ਗਈ, ਪ੍ਰੋਬਲਮਸ ਆਫ ਟੀਚਿੰਗ ਹੋ ਗਈਆਂ। ਇਹ ਪੈਡਾਗੋਜੀਕਲ ਇਸ਼ੂਜ਼ ਨੇ। ਸੋ 30 ਅੰਕ ਦਾ ਮੈਥ ਹੈ। ਮੈਥ ਦਾ ਸਿਲੇਬਸ ਦੇਖਣ 'ਚ ਲਿਮਟਡ ਜਿਹਾ ਲੱਗਦਾ, ਬਟ ਜਦੋਂ ਇਹਨੂੰ ਤੁਹਾਨੂੰ ਡੂੰਘਾਈ ਨਾਲ ਪੜ੍ਹਨਾ ਪਊਗਾ ਨਾ ਵਿੱਚੋਂ ਜਾ ਕੇ, ਜਿਵੇਂ ਹੁਣ ਇਹਨਾਂ ਨੇ ਇੱਥੇ ਲਿਖਤਾ ਜਿਓਮੈਟਰੀ ਦੇ ਵਿੱਚ 2D ਸ਼ੇਪਸ, 3D ਸ਼ੇਪਸ, ਤਾਂ 2D ਸ਼ੇਪ ਦੇ ਵਿੱਚ ਸਭ ਕੁਛ ਆ ਗਿਆ, ਸਕੇਅਰ ਆ ਗਿਆ, ਆਇਤ ਆ ਗਿਆ, ਠੀਕ ਹੈ, ਸਭ ਕੁਛ ਆ ਗਿਆ, ਚੱਕਰ ਆ ਗਿਆ, ਤ੍ਰਿਭੁਜ ਆ ਗਈ, ਸਭ ਕੁਛ ਆ ਗਿਆ। ਤਾਂ ਇਸ ਤਰ੍ਹਾਂ ਡੂੰਘਾਈ ਦੇ ਨਾਲ ਪੜ੍ਹਨ ਦੀ ਲੋੜ ਹੈ। ਦੇਖਣ ਦੇ ਵਿੱਚ ਥੋੜ੍ਹਾ ਜਿਹਾ ਲੱਗਦਾ ਸਿਲੇਬਸ, ਬਟ ਜਦ ਡੂੰਘਾਈ ਅੱਗੇ ਪੜ੍ਹਨਾ ਪਏਗਾ ਕਾਫੀ ਹੋ ਜਾਂਦਾ। ਸੋ ਟਾਈਮ ਬਹੁਤ ਥੋੜ੍ਹਾ, ਤਾਂ ਚੱਕ ਦਿਓ ਕੰਮ ਨੂੰ। ਤਾਂ ਦੇਖੋ ਜੀ, ਉਸ ਤੋਂ ਬਾਅਦ 30 ਅੰਕ ਦੀ ਹੋਏਗੀ ਸਾਇੰਸ। ਸਾਇੰਸ 30 ਅੰਕ ਦੀ ਹੈ, ਜਿਹਦਾ ਕੰਟੈਂਟ ਕੀ ਹੈ, ਫੂਡ, ਸੋਰਸ ਆਫ ਫੂਡ, ਕੰਪੋਨੈਂਟਸ ਆਫ ਫੂਡ, ਕਲੀਨਿੰਗ ਫੂਡ, ਠੀਕ ਹੈ ਜੀ। ਇਸ ਤੋਂ ਬਿਨਾਂ ਸੈਕਿੰਡ ਟੋਪਿਕ ਹੈ ਮਟੀਰੀਅਲਸ, ਮਟੀਰੀਅਲਸ ਆਫ ਡੇਲੀ ਯੂਜ਼, ਠੀਕ ਹੈ, ਦ ਵਰਲਡ ਆਫ ਦ ਲਿਵਿੰਗ। ਅਤੇ ਇਸ ਤੋਂ ਬਿਨਾਂ ਮੂਵਿੰਗ ਥਿੰਗਸ, ਪੀਪਲ ਐਂਡ ਆਈਡੀਆਜ਼, ਹਾਊ ਥਿੰਗਸ ਵਰਕ, ਇਲੈਕਟ੍ਰਿਕ ਕਰੰਟਸ ਹੋ ਗਏ, ਸਰਕਟਸ ਹੋ ਗਏ, ਮੈਗਨੇਟਸ ਹੋ ਗਏ, ਠੀਕ ਹੈ, ਨੈਚੁਰਲ ਫਿਨੋਮਨਾ ਹੋ ਗਿਆ, ਐਂਡ ਨੈਚੁਰਲ ਰਿਸੋਰਸਿਸ ਹੋ ਗਏ। ਬੀ ਪਾਰਟ ਹੈ ਜਿਹੜਾ ਇਹਦਾ ਸਾਇੰਸ ਦਾ ਬੀ ਹੈ, ਉਹਦੇ ਵਿੱਚ ਪੈਡਾਗੋਜੀਕਲ ਇਸ਼ੂਜ਼ ਨੇ, ਜਿਵੇਂ ਕਿ ਨੇਚਰ ਐਂਡ ਸਟਰਕਚਰ ਆਫ ਸਾਇੰਸ, ਨੈਚੁਰਲ ਸਾਇੰਸ ਹੈ, ਏਮਸ ਐਂਡ ਆਬਜੈਕਟਸ, ਅੰਡਰਸਟੈਂਡਿੰਗ ਹੋ ਗਈ, ਠੀਕ ਹੈ, ਐਪਰੀਸ਼ੀਏਟਿੰਗ, ਅੰਡਰਸਟੈਂਡਿੰਗ ਐਪਰੀਸ਼ੀਏਟਿੰਗ ਸਾਇੰਸ, ਅਪਰੋਚਸ, ਇੰਟੀਗ੍ਰੇਟਡ ਅਪਰੋਚਸ ਹੋ ਗਈਆਂ, ਆਬਜ਼ਰਵੇਸ਼ਨ ਹੋ ਗਿਆ, ਐਕਸਪੈਰੀਮੈਂਟ ਹੋ ਗਏ, ਡਿਸਕਵਰੀ ਹੋ ਗਈ, ਮੈਥਡਸ ਆਫ ਸਾਇੰਸ, ਇਹ ਮੈਥਡਸ ਬਾਰੇ ਪੜ੍ਹਨਾ ਪਏਗਾ ਤੁਹਾਨੂੰ, ਇਨੋਵੇਸ਼ਨ, ਠੀਕ ਹੈ ਜੀ, ਟੈਕਸਟ ਮਟੀਰੀਅਲ ਹੋ ਗਿਆ, ਏਡਸ ਹੋ ਗਈਆਂ, ਇਵੈਲੂਏਸ਼ਨ, ਕੋਗਨੀਟਿਵ, ਸਾਈਕੋਮੋਟਰ ਇਫੈਕਟਿਵ, ਪ੍ਰੋਬਲਮਸ, ਰਿਮੀਡੀਅਲ ਟੀਚਿੰਗ, ਠੀਕ ਹੈ, ਇਹ ਪੈਡਾਗੋਜੀਕਲ ਇਸ਼ੂ ਨੇ। ਸੋ ਹੁਣ ਤੱਕ ਅਸੀਂ ਮੈਥ ਅਤੇ ਸਾਇੰਸ ਦਾ 60 ਨੰਬਰ ਦਾ ਸਿਲੇਬਸ ਇਹ ਵੀ ਡਿਸਕਸ ਕਰ ਲਿਆ। ਹੁਣ ਅਸੀਂ ਡਿਸਕਸ ਕਰਦੇ ਹਾਂ ਜੀ ਸੋਸ਼ਲ ਸਾਇੰਸ, ਯਾਨੀ ਕਿ SST ਦਾ। ਇਹਨਾਂ ਨੂੰ 60 ਨੰਬਰ ਦਾ ਮਿਕਸ ਹੈ ਕੰਟੈਂਟ ਹੈ, ਜਿਹਦੇ 'ਚ ਹਿਸਟਰੀ ਹੋ ਗਈ। ਹਿਸਟਰੀ ਦੇ ਵਿੱਚ ਪੜ੍ਹਨਾ ਪਊਗਾ ਤੁਹਾਨੂੰ ਵੈਨ, ਵੇਅਰ ਐਂਡ ਹਾਊ, ਦਾ ਅਰਲੀਐਸਟ ਸੋਸਾਇਟੀਜ਼ ਹੋ ਗਈਆਂ, ਠੀਕ ਹੈ, ਦਾ ਫਸਟ ਫਾਰਮਰ ਐਂਡ ਹੈਡਰਸ ਹੋ ਗਏ, ਅਤੇ ਇਸ ਤੋਂ ਬਿਨਾਂ ਦਾ ਫਸਟ ਸਿਟੀਜ਼ ਹੋ ਗਈਆਂ, ਅਰਲੀ ਸਟੇਟਸ ਹੋ ਗਏ, ਨਿਊ ਆਈਡੀਜ਼ ਹੋ ਗਏ, ਠੀਕ ਹੈ ਜੀ, ਫਸਟ ਇੰਪਾਇਰ, ਕੰਟੈਕਟ ਐਂਡ ਡਿਸਟਿੰਕਟ ਲੈਂਡਸ ਹੋ ਗਈਆਂ, ਪੋਲੀਟੀਕਲ ਡਿਵੈਲਪਮੈਂਟਸ ਹੋ ਗਈਆਂ, ਕਲਚਰ ਐਂਡ ਸਾਇੰਸ ਹੋ ਗਿਆ, ਨਿਊ ਥਿੰਗਸ ਹੋ ਗਈਆਂ, ਕਿੰਗਡਮਸ ਹੋ ਗਈਆਂ, ਸੁਲਤਾਨਸ ਆਫ ਦਿੱਲੀ, ਠੀਕ ਹੈ ਜੀ। ਇਸ ਤੋਂ ਬਿਨਾਂ ਆਰਕੀਟੈਕਚਰ ਹੋ ਗਿਆ, ਕ੍ਰੀਏਸ਼ਨ ਆਫ ਐਨ ਇੰਪਾਇਰ ਹੋ ਗਿਆ, ਸੋਸ਼ਲ ਚੇਂਜ, ਰੀਜਨਲ ਕਲਚਰਸ, ਇਸਟੈਬਲਿਸ਼ਮੈਂਟ ਆਫ ਕੰਪਨੀ ਪਾਵਰ, ਰੂਰਲ ਲਾਈਫ ਐਂਡ ਸੁਸਾਇਟੀ, ਠੀਕ ਹੈ, ਕਲੋਨੀਅਲਿਜ਼ਮ ਐਂਡ ਟਰਾਈਬਲ ਸੁਸਾਇਟੀਜ਼ ਹੋ ਗਈਆਂ, ਦੀ ਰਿਵੋਲਟ ਹੋ ਗਿਆ 1857 ਅਤੇ 58 ਦਾ, ਠੀਕ ਹੈ, ਵੂਮਨ ਐਂਡ ਰਿਫੋਰਮ ਹੋ ਗਈ, ਚੈਲੰਜ ਦਾ ਕਾਸਟ ਸਿਸਟਮ ਹੋ ਗਿਆ, ਠੀਕ ਹੈ, ਬਹੁਤ ਜ਼ਿਆਦਾ ਸਿਲੇਬਸ ਹੈ, ਅਨਲਿਮਿਟਡ ਹੈ, ਕਰ ਦਿਓ ਸ਼ੁਰੂ ਪੜ੍ਹਨਾ। ਦੀ ਨੈਸ਼ਨਲਿਸਟ ਮੂਵਮੈਂਟ ਹੋ ਗਈ ਆਫਟਰ ਇੰਡੀਪੈਂਡੈਂਸ, ਉਸ ਤੋਂ ਬਾਅਦ ਵਾਲਾ ਵੀ ਵਿੱਚ ਇਨਵੋਲਵ ਹੈ, ਠੀਕ ਹੈ, ਇੰਡੀਆ ਜਦੋਂ ਇੰਡੀਪੈਂਡੈਂਸ ਹੋਇਆ ਉਸ ਤੋਂ ਬਾਅਦ ਵਾਲਾ। ਜੋਗਰਾਫੀ ਦੇ ਵਿੱਚ ਆ ਗਿਆ ਜੋਗਰਾਫੀ ਐਜ਼ ਏ ਸੋਸ਼ਲ ਸਟੱਡੀ ਐਂਡ ਐਜ਼ ਅ ਸਾਇੰਸ, ਪਲੈਨਟਸ ਹੋ ਗਏ, ਜਾਂ ਅਰਥ ਇਨ ਸੋਲਰ ਸਿਸਟਮ ਹੋ ਗਿਆ, ਗਲੋਬ ਹੋ ਗਿਆ, ਇਨਵਾਇਰਮੈਂਟ ਇਨ ਇਟਸ ਟੋਟੈਲਿਟੀ ਹੋ ਗਿਆ, ਠੀਕ ਹੈ ਜੀ, ਨੈਚੁਰਲ ਐਂਡ ਹਿਊਮਨ ਇਨਵਾਇਰਮੈਂਟ, ਏਅਰ, ਵਾਟਰ, ਹਿਊਮਨ ਇਨਵਾਇਰਮੈਂਟ, ਸੈਟਲਮੈਂਟ, ਟਰਾਂਸਪੋਰਟ, ਕਮਿਊਨੀਕੇਸ਼ਨ, ਰਿਸੋਰਸਿਸ, ਟਾਈਪ, ਨੈਚੁਰਲ ਐਂਡ ਹਿਊਮਨ ਐਗਰੀਕਲਚਰ, ਸੋਸ਼ਲ ਐਂਡ ਪੋਲੀਟੀਕਲ ਲਾਈਫ, ਡਿਵਰਸਿਟੀ, ਗਵਰਨਮੈਂਟ, ਲੋਕਲ ਗਵਰਨਮੈਂਟ, ਮੇਕਿੰਗ ਅ ਲਿਵਿੰਗ, ਡੈਮੋਕ੍ਰੇਸੀ, state government, understanding media, unpacking gender, the constitution, parliamentary government, the judiciary, social justice and marginalized, ਪੈਡਾਗੋਜੀਕਲ ਇਸ਼ੂਜ਼, ਕੰਸੈਪਟ ਹੋ ਗਿਆ, ਨੇਚਰ ਹੋ ਗਿਆ ਸੋਸ਼ਲ ਸਾਇੰਸ ਦਾ, ਸੋਸ਼ਲ ਸਟੱਡੀ ਦਾ, ਠੀਕ ਹੈ, ਕਲਾਸਰੂਮ ਪ੍ਰੋਸੈਸਿਸ ਹੋ ਗਏ, ਐਕਟੀਵਿਟੀਜ਼, ਡਿਸਕਰਸਿਸ ਐਂਡ ਡਿਵੈਲਪਿੰਗ ਕ੍ਰਿਟੀਕਲ ਥਿੰਕਿੰਗ, ਇਨਕਿਊਰੀ, ਇੰਪੀਰੀਕਲ ਐਵੀਡੈਂਸ ਹੋ ਗਏ, ਪ੍ਰੋਬਲਮਸ ਆਫ ਟੀਚਿੰਗ, ਸੋਸ਼ਲ ਸਾਇੰਸ,
ਸੋਸ਼ਲ ਸਟੱਡੀਜ਼, ਸੋਰਸਿਸ ਹੋ ਗਏ ਪ੍ਰਾਇਮਰੀ ਐਂਡ ਸੈਕੰਡਰੀ, ਠੀਕ ਹੈ, ਪ੍ਰੋਜੈਕਟ ਵਰਕ ਹੋ ਗਿਆ, ਵੈਲਿਊਏਸ਼ਨ ਹੋ ਗਿਆ। ਸੋ ਇਹ ਦੋਨੇ ਪੇਪਰਾਂ ਦਾ ਅਸੀਂ ਸਾਰਾ ਸਿਲੇਬਸ ਡਿਸਕਸ ਕਰ ਚੁੱਕੇ ਹਾਂ। ਜੇਕਰ ਫਿਰ ਵੀ ਤੁਸੀਂ ਨੇ ਹੋਰ ਵੀ ਕੋਈ ਪੁਆਇੰਟ ਰਹਿ ਗਿਆ ਹੋਵੇ ਪੜ੍ਹਨਾ, ਤਾਂ ਤੁਸੀਂ ਇੱਕ ਵਾਰ ਇਹ ਸਾਰੀ PDF ਜ਼ਰੂਰ ਚੈੱਕ ਕਰ ਲਿਓ। ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ 'ਤੇ ਮਿਲ ਜਾਵੇਗੀ, ਲਿੰਕ ਨੀਚੇ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਦੇ ਦਾਂਗਾ, ਅਦਰਵਾਈਜ਼ ਡਿਸਕ੍ਰਿਪਸ਼ਨ ਦੇ ਚੈੱਕ ਕਰ ਸਕਦੇ ਹੋ। ਅਤੇ ਇਸ ਦਾ ਇਹ ਜਿਹੜਾ ਤੁਹਾਡੇ ਟੌਪਿਕ ਨੇ, ਇਹਨਾਂ ਦੇ ਪੜ੍ਹਨ ਦਾ ਜੋ ਲੈਵਲ ਹੈ ਤੁਹਾਡਾ, ਉਹ ਵੈਸੇ ਤਾਂ ਦੇਖੋ 8th ਤੱਕ ਦੀਆਂ ਕਿਤਾਬਾਂ ਹੀ ਕਾਫੀ ਨੇ, ਪਰੰਤੂ ਉਹ ਕਿਤਾਬਾਂ ਐਵੇਂ ਨਹੀਂ ਪੜ੍ਹਨੀਆਂ, ਉਹਦਾ ਡੂੰਘਾਈ ਨਾਲ ਪੜ੍ਹਨੀਆਂ ਪਊਗਾ। ਉਹ ਟੌਪਿਕ ਅੱਗੇ ਤੁਹਾਨੂੰ ਅਲੱਗ-ਅਲੱਗ ਬੁੱਕਸ ਤੋਂ ਵੀ ਪੜ੍ਹਨਾ ਪੈ ਸਕਦਾ ਹੈ, ਕਿਉਂਕਿ ਲੈਵਲ ਹੈ ਜਿਹੜਾ ਉਹ ਸੈਕੰਡਰੀ ਲੈਵਲ ਦਾ ਹੀ ਹੁੰਦਾ ਪੇਪਰ। ਬਟ ਇਹ ਕਹਿ ਚਾਹੇ ਮਿਡਲ ਲੈਵਲ ਦਾ ਦਿੰਦੇ ਨੇ, ਵੀ ਮਿਡਲ ਦੀਆਂ ਕਿਤਾਬਾਂ 'ਚ ਪਾਏ, ਬਟ ਉਹਦਾ ਲੈਵਲ ਹੈ ਜਿਹੜਾ ਉਹ ਸੈਕੰਡਰੀ ਤੱਕ ਦਾ ਹੁੰਦਾ। ਠੀਕ ਹੈ ਜੀ। ਸੋ ਇਹ ਵੀਡੀਓ ਇੱਥੇ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ।